ਸੰਤ ਮਰकुस ਦੀ ਅੰਜੀਲ ਅਧਿਆਇ 7। ਬਜ਼ੁਰਗਾਂ ਦੀਆਂ ਰਵਾਇਤਾਂ ਅਤੇ ਖੁਦਾ ਦੇ ਹੁਕਮ। ਜਦੋਂ ਫਰੀਸੀ ਅਤੇ ਯਰੂਸ਼ਲਮ ਤੋਂ ਆਏ ਹੋਏ ਕੁਝ ਧਰਮ ਗ੍ਰੰਥੀ ਯੀਸ਼ੂ ਕੋਲ ਇਕੱਠੇ ਹੋਏ ਤਾਂ ਉਹਨਾਂ ਵੇਖਿਆ ਕਿ ਉਸ ਦੇ ਕੁਝ ਚੇਲੇ ਅਸ਼ੁੱਧ ਹੱਥਾਂ ਨਾਲ ਯਾਨੀ ਬਿਨਾਂ ਹੱਥ ਧੋਤੇ ਖਾਣਾ ਖਾ ਰਹੇ ਸਨ, ਕਿਉਂਕਿ ਪੁਰਖਿਆਂ ਦੀ ਰਹੁ-ਰੀਤ ਦੀ ਪਾਲਣਾ ਕਰਦੇ ਹੋਏ ਫਰੀਸੀ ਅਤੇ ਸਾਰੇ ਯਹੂਦੀ ਆਪਣੇ ਹੱਥ ਧੋਏ ਬਿਨਾਂ ਕੁਝ ਨਹੀਂ ਖਾਂਦੇ ਸਨ। ਜਦੋਂ ਉਹ ਬਾਜ਼ਾਰ ਤੋਂ ਵਾਪਸ ਆਉਂਦੇ ਸਨ ਤਾਂ ਉਹ ਆਪਣੇ ਆਪ ਨੂੰ ਪੂਰਾ ਸ਼ੁੱਧ ਕੀਤੇ ਬਿਨਾਂ ਖਾਣਾ ਨਹੀਂ ਖਾਂਦੇ ਸਨ। ਹੋਰ ਵੀ ਬਹੁਤ ਸਾਰੇ ਰੀਤੀ ਰਿਵਾਜ਼ਾਂ ਦੀ ਉਹ ਪਾਲਣਾ ਕਰਦੇ ਹਨ, ਜਿਵੇਂ ਪਿਆਲੇ, ਭਾਂਡੇ ਅਤੇ ਤਾਂਬੇ ਦੇ ਬਰਤਨ ਧੋਣੇ। ਫਰੀਸੀਆਂ ਅਤੇ ਧਰਮ ਗ੍ਰੰਥੀਆਂ ਨੇ ਉਸ ਨੂੰ ਪੁੱਛਿਆ, ਤੁਹਾਡੇ ਚੇਲੇ ਪੁਰਖਿਆਂ ਦੀ ਰਹੁ-ਰੀਤ ਅਨੁਸਾਰ ਕਿਉਂ ਨਹੀਂ ਚੱਲਦੇ, ਸਗੋਂ ਉਹ ਅਸ਼ੁੱਧ ਹੱਥਾਂ ਨਾਲ ਖਾਣਾ ਖਾਂਦੇ ਹਨ? ਉਸਨੇ ਉਹਨਾਂ ਨੂੰ ਕਿਹਾ, ਤੁਹਾਡੇ ਪਖੰਡੀਆਂ ਬਾਰੇ ਯਸ਼ਾਇਆ ਨੇ ਠੀਕ ਭਵਿੱਖਬਾਣੀ ਕੀਤੀ ਸੀ, ਜਿਵੇਂ ਕਿ ਲਿਖਿਆ ਹੈ, ਇਹ ਲੋਕ ਆਪਣੇ ਮੂੰਹ ਨਾਲ ਮੈਨੂੰ ਵਡਿਆਉਂਦੇ ਹਨ, ਪਰ ਇਹਨਾਂ ਦੇ ਦਿਲ ਮੇਰੇ ਤੋਂ ਦੂਰ ਹਨ। ਇਹ ਮਨੁੱਖੀ ਆਦੇਸ਼ਾਂ ਨੂੰ ਸਿੱਖਿਆ ਸਰੂਪ ਸਿਖਾਉਂਦੇ ਹੋਏ ਬੇਕਾਰ ਵਿੱਚ ਮੇਰੀ ਬੰਦਗੀ ਕਰਦੇ ਹਨ। ਤੁਸੀਂ ਖੁਦਾ ਦੀ ਆਗਿਆ ਨੂੰ ਛੱਡ ਦਿੰਦੇ ਹੋ ਅਤੇ ਮਨੁੱਖੀ ਰੀਤੀ ਰਿਵਾਜ਼ਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋ। ਤਦ ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਆਪਣੀ ਰਹੁ-ਰੀਤ ਦਾ ਪਾਲਣ ਕਰਨ ਲਈ ਖੁਦਾ ਦੀ ਆਗਿਆ ਨੂੰ ਬੜੀ ਆਸਾਨੀ ਨਾਲ ਰੱਦ ਦਿੰਦੇ ਹੋ, ਕਿਉਂਕਿ ਮੂਸਾ ਨੇ ਕਿਹਾ ਹੈ, ਆਪਣੇ ਪਿਓ ਅਤੇ ਆਪਣੀ ਮਾਂ ਦਾ ਆਦਰ ਕਰੋ, ਅਤੇ ਜੋ ਕੋਈ ਪਿਓ ਜਾਂ ਮਾਂ ਦੇ ਬਾਰੇ ਬੁਰਾ ਬੋਲਦਾ ਹੈ ਉਹ ਜ਼ਰੂਰ ਮਾਰਿਆ ਜਾਵੇ। ਪਰ ਤੁਸੀਂ ਕਹਿੰਦੇ ਹੋ, ਜੇਕਰ ਕੋਈ ਆਦਮੀ ਆਪਣੇ ਪਿਓ ਜਾਂ ਆਪਣੀ ਮਾਂ ਨੂੰ ਕਹਿੰਦਾ ਹੈ, ਜੋ ਕੁਝ ਤੁਹਾਨੂੰ ਮੇਰੇ ਤੋਂ ਮਿਲਣਾ ਸੀ ਉਹ ਕੁਰਬਾਨ ਅਰਥਾਤ ਉਹ ਖੁਦਾ ਨੂੰ ਭੇਂਟਾ ਚੜ੍ਹਾ ਦਿੱਤਾ ਗਿਆ ਹੈ, ਫਿਰ ਤੁਸੀਂ ਅੱਗੇ ਤੋਂ ਉਸ ਨੂੰ ਆਪਣੇ ਪਿਓ ਜਾਂ ਆਪਣੀ ਮਾਂ ਦੇ ਲਈ ਕੁਝ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹੋ। ਇਸ ਤਰ੍ਹਾਂ ਆਪਣੇ ਰੀਤੀ ਰਿਵਾਜ ਦੇ ਰਾਹੀਂ ਜਿਸ ਨੂੰ ਤੁਸੀਂ ਅੱਗੇ ਤੋਂ ਅੱਗੇ ਤੋਰੀ ਰੱਖਦੇ ਹੋ, ਖੁਦਾ ਦੇ ਵਚਨ ਨੂੰ ਵਿਅਰਥ ਬਣਾ ਦਿੰਦੇ ਹੋ। ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਤੁਸੀਂ ਕਰਦੇ ਹੋ। ਉਸਨੇ ਫਿਰ ਲੋਕਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਕਿਹਾ, ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਸਮਝੋ। ਬਾਹਰ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਭ੍ਰਿਸ਼ਟ ਕਰ ਸਕੇ, ਪਰ ਜੋ ਚੀਜ਼ਾਂ ਮਨੁੱਖ ਦੇ ਅੰਦਰੋਂ ਨਿਕਲਦੀਆਂ ਹੀ ਹਨ ਉਹ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ। ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ। ਜਦੋਂ ਲੋਕਾਂ ਨੂੰ ਛੱਡ ਕੇ ਉਹ ਘਰ ਵਿੱਚ ਦਾਖਲ ਹੋਇਆ ਤਾਂ ਉਸ ਦੇ ਚੇਲਿਆਂ ਨੇ ਉਸ ਤਮਸੀਲ ਬਾਰੇ ਉਸ ਤੋਂ ਪੁੱਛਿਆ। ਉਸਨੇ ਉਹਨਾਂ ਨੂੰ ਕਿਹਾ, ਫਿਰ ਤੁਸੀਂ ਵੀ ਨਾ ਸਮਝ ਹੋ? ਕੀ ਤੁਸੀਂ ਨਹੀਂ ਵੇਖਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਭ੍ਰਿਸ਼ਟ ਨਹੀਂ ਕਰ ਸਕਦਾ, ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਸਗੋਂ ਉਸ ਦੇ ਢਿੱਡ ਵਿੱਚ ਚਲਾ ਜਾਂਦਾ ਹੈ ਅਤੇ ਇਸੇ ਤਰ੍ਹਾਂ ਬਾਹਰ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਉਸਨੇ ਸਾਰਿਆਂ ਭੋਜਨਾਂ ਨੂੰ ਸ਼ੁੱਧ ਠਹਿਰਾਇਆ। ਉਸਨੇ ਅੱਗੇ ਹੋਰ ਕਿਹਾ, ਮਨੁੱਖ ਦੇ ਅੰਦਰੋਂ ਜੋ ਨਿਕਲਦਾ ਹੈ ਉਹ ਉਸ ਨੂੰ ਭ੍ਰਿਸ਼ਟ ਕਰਦਾ ਹੈ, ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਆਉਂਦੇ ਹਨ ਬੁਰੇ ਵਿਚਾਰ, ਹਰਾਮਕਾਰੀ, ਚੋਰੀ, ਹੱਤਿਆ, ਕਤਲ,
ਵਿਭਚਾਰ, ਲਾਲਚ, ਦੁਸ਼ਟਤਾ, ਧੋਖਾ, ਦੁਰਾਚਾਰ, ਈਰਖਾ, ਨਿੰਦਾ, ਹੰਕਾਰ ਅਤੇ ਮੂਰਖਤਾ। ਇਹ ਸਾਰੀਆਂ ਬੁਰਾਈਆਂ ਅੰਦਰੋਂ ਆਉਂਦੀਆਂ ਹਨ ਅਤੇ ਇਹ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਸਿਰੋਫਨੀਕੀ ਔਰਤ ਦਾ ਈਮਾਨ। ਯੀਸ਼ੂ ਉੱਥੇ ਉੱਠ ਕੇ ਤੀਰੁਸ ਅਤੇ ਸਿਦੋਨ ਦੇ ਇਲਾਕੇ ਨੂੰ ਚਲਾ ਗਿਆ। ਉਹ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਇਸ ਦਾ ਪਤਾ ਲੱਗੇ। ਫਿਰ ਵੀ ਉਹ ਲੁਕਿਆ ਨਹੀਂ ਰਹਿ ਸਕਿਆ, ਸਗੋਂ ਇੱਕ ਔਰਤ ਨੇ, ਜਿਸ ਦੀ ਛੋਟੀ ਜਿਹੀ ਬੇਟੀ ਨੂੰ ਅਸ਼ੁੱਧ ਆਤਮਾ ਚਿੰਬੜੀ ਹੋਈ ਸੀ, ਝੱਟ ਉਸ ਦੇ ਬਾਰੇ ਸੁਣਿਆ ਅਤੇ ਉਹ ਆ ਕੇ ਉਸ ਦੇ ਚਰਨਾਂ 'ਤੇ ਡਿੱਗ ਪਈ। ਉਹ ਔਰਤ ਯੂਨਾਨੀ ਸੀ ਅਤੇ ਜਨਮ ਤੋਂ ਸਿਰੋਫੀਨੀਕੀ ਸੀ। ਉਸਨੇ ਯੀਸ਼ੂ ਦੇ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੀ ਧੀ ਵਿੱਚੋਂ ਭੂਤ ਨੂੰ ਕੱਢ ਦੇਵੇ। ਯੀਸ਼ੂ ਨੇ ਔਰਤ ਨੂੰ ਕਿਹਾ, ਪਹਿਲੇ ਬੱਚਿਆਂ ਨੂੰ ਰੱਜ ਕੇ ਖਾ ਲੈਣ ਦਿਓ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਨੂੰ ਪਾਉਣੀ ਠੀਕ ਨਹੀਂ ਹੈ। ਪਰ ਔਰਤ ਨੇ ਉਸ ਨੂੰ ਉੱਤਰ ਦਿੱਤਾ, ਜੀ ਹਾਂ ਪ੍ਰਭੂ, ਫਿਰ ਵੀ ਕੁੱਤੇ ਮੇਜ਼ ਦੇ ਥੱਲੇ ਬੱਚਿਆਂ ਦੀ ਰੋਟੀ ਦਾ ਚੂਰਾ ਪੂਰਾ ਖਾਂਦੇ ਹਨ। ਯੀਸ਼ੂ ਨੇ ਔਰਤ ਨੂੰ ਕਿਹਾ, ਕਿਉਂ ਜੋ ਤੂੰ ਇੰਜ ਆਖਿਆ ਹੈ, ਜਾ ਆਪਣੇ ਘਰ, ਭੂਤ ਤੁਹਾਡੀ ਧੀ ਵਿੱਚੋਂ ਨਿਕਲ ਗਿਆ ਹੈ। ਸੋ ਉਹ ਔਰਤ ਆਪਣੇ ਘਰ ਚਲੀ ਗਈ ਅਤੇ ਉਸਨੇ ਆਪਣੀ ਧੀ ਨੂੰ ਮੰਜੀ ਉੱਤੇ ਪਈ ਵੇਖਿਆ ਅਤੇ ਭੂਤ ਉਸ ਵਿੱਚੋਂ ਨਿਕਲ ਚੁੱਕਿਆ ਸੀ। ਬੋਲੇ ਤੇ ਗੂੰਗੇ ਆਦਮੀ ਨੂੰ ਚੰਗਾ ਕਰਨਾ। ਫਿਰ ਯੀਸ਼ੂ ਤੀਰੁਸ ਦੇ ਇਲਾਕੇ ਤੋਂ ਪਿਛਾਂਹ ਮੁੜਿਆ ਅਤੇ ਉਹ ਸਿਦੋਨ ਹੁੰਦੇ ਹੋਏ ਡੇਕਾਪੋਲਿਸ ਦੇ ਖੇਤਰ ਵਿੱਚ ਦੀ ਗਲੀਲ ਦੇ ਸਾਗਰ ਤੱਕ ਪਹੁੰਚਿਆ। ਲੋਕ ਇੱਕ ਬੋਲੇ ਅਤੇ ਗੂੰਗੇ ਨੂੰ ਉਸ ਦੇ ਕੋਲ ਲੈ ਕੇ ਆਏ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਉਹ ਆਪਣਾ ਹੱਥ ਉਸ ਉੱਤੇ ਰੱਖੇ। ਉਸ ਨੂੰ ਭੀੜ ਵਿੱਚ ਇਕੱਲਾ ਹੀ ਵੱਖਰਾ ਕਰਕੇ ਉਸਨੇ ਉਸ ਦੇ ਕੰਨਾਂ ਵਿੱਚ ਆਪਣੀਆਂ ਉਂਗਲੀਆਂ ਪਾਈਆਂ ਤੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ। ਫਿਰ ਸਵਰਗ ਵੱਲ ਵੇਖਦੇ ਹੋਏ ਉਸਨੇ ਆਹ ਭਰੀ ਅਤੇ ਉਸ ਨੂੰ ਕਿਹਾ, ਏਫਾਥਾ, ਅਰਥਾਤ ਖੁੱਲ੍ਹ ਜਾ। ਉਸ ਦੇ ਕੰਨ ਖੁੱਲ੍ਹ ਗਏ, ਉਸ ਦੀ ਜੀਭ ਦਾ ਬੰਧਨ ਟੁੱਟ ਗਿਆ ਅਤੇ ਉਹ ਸਾਫ਼ ਬੋਲਣ ਲੱਗ ਪਿਆ। ਉਸਨੇ ਉਹਨਾਂ ਨੂੰ ਇਹ ਤਾਕੀਦ ਕੀਤੀ ਕਿ ਉਹ ਇਸ ਦੇ ਬਾਰੇ ਕਿਸੇ ਨੂੰ ਵੀ ਨਾ ਦੱਸਣ। ਪਰ ਜਿੰਨਾ ਹੀ ਉਸਨੇ ਮਨਾ ਕੀਤਾ, ਓਨਾ ਹੀ ਵੱਧ ਜੋਸ਼ ਨਾਲ ਉਹਨਾਂ ਨੇ ਇਸ ਦਾ ਪ੍ਰਚਾਰ ਕੀਤਾ। ਉਹਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਹੀਂ ਸੀ। ਉਹ ਕਹਿੰਦੇ ਸਨ, ਉਸਨੇ ਸਭ ਕੁਝ ਚੰਗਾ ਕੀਤਾ ਹੈ। ਉਹ ਬੋਲਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ।